ਸੋ ਇਹ ਹੋ ਗਿਆ ਆਪਣਾ ਲਿੰਕ ਲਿਸਟ ਦੀ ਸਾਰੀ ਕਹਾਣੀ ਜਿਹੜੀ ਹੁਣ ਤੱਕ ਆਪਾਂ ਪਾਈ ਹੈ। ਸਿੰਪਲ ਲਿੰਕ ਲਿਸਟ ਪੜ੍ਹ ਲਈ ਆਪਾਂ ਨੇ। ਸਿੰਪਲ ਲਿੰਕ ਲਿਸਟ ਤੋਂ ਬਾਅਦ ਸਰਕੂਲਰ ਲਿੰਕ ਲਿਸਟ ਪੜ੍ਹੀ। ਸਰਕੂਲਰ ਲਿੰਕ ਲਿਸਟ ਕਿਉਂ ਬਣਾਈ? ਸਰਕੂਲਰ ਲਿੰਕ ਲਿਸਟ ਦੀ ਕਿਉਂ ਜ਼ਰੂਰਤ ਪਈ? ਦੁਬਾਰੇ ਨਹੀਂ ਆਪਾਂ ਉਹ ਕਰ ਸਕਦੇ ਜੀ। ਸਿੰਪਲ ਲਿੰਕ ਲਿਸਟ ਦੇ ਟ੍ਰੈਵਰਸਿੰਗ ਫਾਰਵਰਡ ਡਾਇਰੈਕਸ਼ਨ 'ਚ ਹੀ ਹੋਏਗੀ, ਪਿੱਛੇ ਨਹੀਂ ਆ ਸਕਦੇ। ਇੱਕ ਵਾਰੀ ਜਿਹੜੀ ਨੋਡ ਲੰਘ ਗਈ ਉਹ ਲੰਘ ਗਈ, ਉੱਥੇ ਦੁਬਾਰਾ ਪਹੁੰਚਣ ਦਾ ਕੋਈ ਤਰੀਕਾ ਨਹੀਂ ਹੈ। ਤਾਂ ਉਸ ਚੀਜ਼ ਨੂੰ ਖਤਮ ਕਰਨ ਲਈ ਸਰਕੂਲਰ ਲਿੰਕ ਲਿਸਟ ਬਣਾਈ ਸੀ ਵੀ ਇੱਕ ਵਾਰੀ ਜਿਹੜੀ ਨੋਡ ਲੰਘ ਗਈ ਉਹਨੂੰ ਦੁਬਾਰਾ ਆਪਾਂ ਘੁੰਮ ਕੇ ਉੱਥੇ ਪਹੁੰਚ ਸਕੀਏ, ਤਾਂ ਕਿ ਲਿਸਟ ਨੂੰ ਟ੍ਰੈਵਰਸਿੰਗ ਕਰਨੀ ਜਿਹੜੀ ਉਹ ਸੌਖੀ ਹੋ ਜਾਵੇ। ਠੀਕ, ਸੋ ਉਹਦੇ ਕਰਕੇ ਆਪਾਂ ਨੇ ਸਰਕੂਲਰ ਲਿੰਕ ਲਿਸਟ ਬਣਾਤੀ। ਸਰਕੂਲਰ ਲਿੰਕ ਲਿਸਟ ਤੋਂ ਬਾਅਦ ਜਿਹੜਾ ਥਰਡ ਕੰਮ, ਜਿਹੜੀ ਆਪਣੀ ਥਰਡ ਹੈਗੀ ਹੈ ਉਹ ਹੈ ਡਬਲ ਲਿੰਕ ਲਿਸਟ। ਡਬਲ ਲਿੰਕ ਲਿਸਟ ਦਾ ਕੀ ਬੈਨੀਫਿਟ ਲੱਗ ਰਿਹਾ ਤੁਹਾਨੂੰ? ਦਿਖ ਰਿਹਾ ਕੋਈ ਬੈਨੀਫਿਟ? ਸਰ ਵਾਪਸ ਆ ਸਕਦੇ ਆ। ਠੀਕ ਹੈ, ਦੋਨੋਂ ਹੀ ਡਾਇਰੈਕਸ਼ਨ ਦੇ ਵਿੱਚ ਆਪਾਂ ਦੋਨੋਂ ਡਾਇਰੈਕਸ਼ਨ ਦੇ ਵਿੱਚ ਜਾ ਸਕਦੇ ਹਾਂ। ਆਪਾਂ ਅਗਲੀ ਡਾਇਰੈਕਸ਼ਨ 'ਚ ਵੀ ਜਾ ਸਕਦੇ ਹਾਂ, ਆਪਾਂ ਪਿਛਲੀ ਡਾਇਰੈਕਸ਼ਨ 'ਚ ਵੀ ਜਾ ਸਕਦੇ ਹਾਂ। ਕਿਸੇ ਵੀ ਨੋਡ ਤੋਂ ਕਿਸੇ ਪਾਸੇ ਜਾਇਆ ਜਾ ਸਕਦਾ, ਫਰੰਟ ਵਾਲੇ ਪਾਸੇ ਵੀ ਔਰ ਬੈਕਵਰਡ ਵਾਲੇ ਪਾਸੇ ਵੀ। ਸੋ ਦੈਟ ਇਜ਼ ਦ ਬੈਨੀਫਿਟ ਆਫ ਡਬਲ ਲਿੰਕ ਲਿਸਟ, ਜਿਹਦੇ ਕਰਕੇ ਇਹ ਕਿੱਥੇ ਕਿੱਥੇ ਯੂਜ਼ ਹੁੰਦੀ ਹੈ, ਇਹਦੀਆਂ ਐਪਲੀਕੇਸ਼ਨਸ ਕੀ ਹੈ ਦੇਖੋ ਹੁਣ ਕਿੱਥੇ ਯੂਜ਼ ਹੋ ਸਕਦੀ ਹੈ ਕੋਈ ਆਈਡੀਆ? ਔਰ ਬਹੁਤ ਕਾਮਨ ਤੁਸੀਂ ਡੇਲੀ ਯੂਜ਼ ਕਰਦੇ ਹੋ। ਸਰ ਅੰਡੋ ਫੰਕਸ਼ਨ ਹੈ, ਕੰਟਰੋਲ ਜ਼ੈਡ ਵਾਲਾ। ਵੈਰੀ ਗੁੱਡ, ਦੈਟ ਇਜ਼ ਦ ਪੁਆਇੰਟ। ਠੀਕ ਹੈ, ਅੰਡੂ ਐਂਡ ਰੀਡੂ ਸਭ ਨੇ ਦੇਖਿਆ ਹੋਏਗਾ। ਦੇਖਿਆ ਕਿ ਨਹੀਂ ਦੇਖਿਆ? ਹਾਂਜੀ। MS ਵਰਡ ਦੇ ਵਿੱਚ ਇੱਕ ਅੰਡੂ ਬਟਨ ਹੁੰਦਾ, ਇੱਕ ਰੀਡੂ ਬਟਨ ਹੁੰਦਾ। ਜਿੰਨੇ ਆਪਰੇਸ਼ਨ ਆਪਾਂ ਅੰਡੂ ਕਰਦੇ ਆ ਉਨੇ ਹੀ ਆਪਰੇਸ਼ਨ ਆਪਾਂ ਵਾਪਸ ਰੀਡੂ ਵੀ ਕਰ ਲੈਂਦੇ ਆ। ਹੁੰਦਾ ਕਿ ਨਹੀਂ? ਜਿੰਨੀਆਂ ਚੇਂਜਸ ਕੀਤੀਆਂ ਵਾਪਸ ਅੰਡੂ ਵੀ ਕਰ ਸਕਦੇ ਆ ਉਹਨੂੰ। ਤਾਂ ਉਹ ਸਾਰਾ ਕੁਝ ਲਿੰਕ ਲਿਸਟ ਦੀ ਫਾਰਮ ਦੇ ਵਿੱਚ ਹੀ ਸਟੋਰ ਹੁੰਦਾ। ਡਬਲ ਹੀ ਲਿੰਕ ਲਿਸਟ ਹੁੰਦੀ ਆ ਉੱਥੇ। ਜਿੱਦਾਂ ਆਪਾਂ ਕੰਟਰੋਲ Z ਪ੍ਰੈਸ ਕਰੀ ਚੱਲੋਗੇ ਉਹ ਅੰਡੂ ਹੋ ਜਾਏਗਾ, ਕੰਟਰੋਲ Y ਪ੍ਰੈਸ ਕਰੀ ਚੱਲੋਗੇ ਉਹ ਰੀਡੂ ਹੋ ਜਾਏਗਾ। ਉੱਥੇ ਡਬਲ ਹੀ ਲਿੰਕ ਲਿਸਟ ਲੱਗੀ ਹੋਈ ਹੈ। ਔਰ ਇੰਟਰਨੈਟ ਐਕਸਪਲੋਰਰ ਦੇ ਵਿੱਚ ਜਾਂ ਜਿੱਥੇ ਤੁਸੀਂ ਵੈਬ ਬਰਾਊਜ਼ਿੰਗ ਕਰਦੇ ਹੋ ਉਹਦੇ 'ਚ ਉੱਪਰ ਦੋ ਬਟਨ ਹੁੰਦੇ ਆ, ਫਾਰਵਰਡ ਔਰ ਬੈਕਵਰਡ। ਦੇਖਿਏ? ਹਾਂਜੀ। ਇੰਟਰਨੈਟ ਐਕਸਪਲੋਰਰ ਦੇ ਵਿੱਚ ਦੋ ਬਟਨ ਹੁੰਦੇ ਆ, ਇੱਕ ਫਾਰਵਰਡ ਇੱਕ ਬੈਕਵਰਡ। ਫਾਰਵਰਡ ਮੀਨ ਕਿ ਪਿਛਲੇ ਵੈਬ ਪੇਜ ਤੇ ਜਾਣ ਵਾਸਤੇ, ਆਪਣਾ ਅਗਲੇ ਵੈਬ ਪੇਜ ਤੇ ਜਾਣ ਲਈ। ਬੈਕਵਰਡ ਮੀਨ ਪਿਛਲੇ ਵੈਬ ਪੇਜ ਤੇ ਜਾਣ ਲਈ। ਠੀਕ, ਸੋ ਉਹ ਜਿਹੜੇ ਬਟਨ ਨੇ ਉਹਨਾਂ ਦੀ ਬੈਕ ਐਂਡ ਦੇ ਵਿੱਚ ਵੀ ਡਬਲੀ ਲਿੰਕ ਲਿਸਟ ਯੂਜ਼ ਹੋ ਰਹੀ ਹੈ। ਉੱਥੇ ਵੀ ਕੀ ਯੂਜ਼ ਹੁੰਦਾ? ਡਬਲੀ ਲਿੰਕ ਲਿਸਟ। ਸੋ ਡਬਲੀ ਲਿੰਕ ਲਿਸਟ ਬਹੁਤ ਕਾਮਨ ਕਈ ਥਾਵਾਂ ਤੇ ਤੁਹਾਡੇ ਤੁਸੀਂ ਆਮ ਦੇਖੋਗੇ, ਤੁਹਾਡੇ ਮਿਲ ਜਾਏਗੀ ਤੁਹਾਨੂੰ ਦੇਖਣ ਵਾਸਤੇ। ਠੀਕ ਹੈ, ਸੋ ਜਿਵੇਂ ਇੱਥੇ ਆ ਹੈ, ਇੱਥੇ ਮੈਂ ਅੰਡੂ ਬਟਨ ਪ੍ਰੈਸ ਕੀਤਾ, ਨਾਲ ਹੀ ਦੇਖੋ ਰੀਡੂ ਐਕਟੀਵੇਟ ਹੋ ਗਿਆ। ਸੋ ਅੰਡੂ ਵਾਪਸ ਰੀਡੂ ਰੀਡੂ। ਆ ਜਿਹੜਾ ਅੰਡੂ 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 ਹੋ ਰਿਹਾ ਉਹ ਵਾਪਸ ਰੀਡੂ ਹੋ ਰਿਹਾ। ਇਹ ਸਾਰੇ ਦਾ ਸਾਰਾ ਡਬਲੀ ਲਿੰਕ ਲਿਸਟ ਵਿੱਚ ਸਟੋਰ ਹੋ ਰਿਹਾ। ਠੀਕ ਹੈ, ਹਰ ਐਕਸ਼ਨ ਜੋ ਮੈਂ ਕੀਤਾ ਉਹ ਐਕਸ਼ਨ ਉਹਨਾਂ ਨੇ ਲਿੰਕ ਲਿਸਟ ਦੇ ਵਿੱਚ ਨੋਡ ਬਣਾਈ ਔਰ ਉਹਦੇ ਵਿੱਚ ਐਡ ਕਰ ਲਿਆ। ਠੀਕ ਹੈ, ਸੋ ਇਹ ਹੈਗੀਆਂ ਕੁਝ ਐਪਲੀਕੇਸ਼ਨ ਸਿੰਪਲ ਲਿੰਕ ਲਿਸਟ ਦੀਆਂ, ਸਰਕੂਲਰ ਲਿੰਕ ਲਿਸਟ ਦੀਆਂ, ਡਬਲ ਲਿੰਕ ਲਿਸਟ ਦੀਆਂ। ਹੁਣ ਜਿਹੜੀ ਆਪਾਂ ਅੰਡਰਸਟੈਂਡਿੰਗ ਕਰਨੀ ਹੈ ਨੈਕਸਟ ਐਪਲੀਕੇਸ਼ਨ ਦੇ ਵਿੱਚ, ਯੂਜ਼ਿੰਗ ਲਿੰਕ ਲਿਸਟ ਐਜ਼ ਸਟੈਕ, ਯੂਜ਼ਿੰਗ ਲਿੰਕ ਲਿਸਟ ਐਜ਼ ਕਿਊ। ਇਹ ਕਿਵੇਂ ਹੋਏਗਾ? ਹੁਣ ਕਿਵੇਂ ਹੋਏਗਾ? ਲਿੰਕ ਲਿਸਟ ਨੂੰ ਐਜ਼ ਅ ਸਟੈਕ ਯੂਜ਼ ਕਰਨਾ। ਹੁਣ ਸਟੈਕ ਦਾ ਬਿਹੇਵੀਅਰ ਕੀ ਹੈ? ਸਟੈਕ ਦਾ ਬਿਹੇਵੀਅਰ ਹੈ ਲਾਸਟ ਇਨ ਫਸਟ ਆਊਟ। ਦੈਟ ਮੀਨਸ ਆਪਾਂ ਲਿੰਕ ਲਿਸਟ ਦੇ ਵਿੱਚ ਇਸ ਬਿਹੇਵੀਅਰ ਨੂੰ ਫਿਟ ਕਰਨਾ ਹੈ। ਦੈਟ ਮੀਨਸ ਆਪਾਂ ਇੱਕ ਲਿੰਕ ਲਿਸਟ ਇਹੋ ਜਿਹੀ ਬਣਾਵਾਂਗੇ ਜਿਹਦੇ ਵਿੱਚ ਲਾਸਟ ਇਨ ਫਸਟ ਆਊਟ ਹੋਏਗਾ। ਤਾਂ ਉਹ ਕਿਵੇਂ ਹੋਏਗਾ? ਲਾਸਟ ਇਨ ਫਸਟ ਆਊਟ। ਕਿਸ ਤਰ੍ਹਾਂ ਇੰਪਲੀਮੈਂਟ ਹੋ ਸਕਦਾ ਹੈ? ਡਬਲੀ ਲਿੰਕਡ ਲਿਸਟ ਨਾਲ। ਨਾ ਸਿੰਗਲ ਸਿੰਪਲ ਲਿੰਕ ਲਿਸਟ, ਸਰਕੂਲਰ ਵੀ ਨਹੀਂ ਹੈਗੀ। ਸਰ ਹਰੇਕ ਨੋਡ ਦੀ ਸਿੰਪਲ ਲਿੰਕ ਲਿਸਟ ਆਪਾਂ ਨੇ ਲੀਫੋ ਬਿਹੇਵੀਅਰ ਨੂੰ ਇੰਪਲੀਮੈਂਟ ਕਰਨਾ ਹੈ। ਦੈਟ ਮੀਨਸ ਲਾਸਟ ਇਨ ਫਸਟ ਆਊਟ। ਇਹ ਕਿਵੇਂ ਹੋਏਗਾ? ਦੇਖੋ ਜਦੋਂ ਆਪਾਂ ਇੰਸਰਸ਼ਨ ਕਰ ਰਹੇ ਸੀ, ਇੰਸਰਸ਼ਨ ਐਟ ਲਾਸਟ, insertion at first position, insertion at in between, यही अपन ਕੀਤੇ ਨਾ ਸਾਰੇ ਕੇਸ, ਇਹੀ ਸਾਰੇ ਕੇਸ ਕੀਤੇ।
ਹੁਣ ਇਹਦੇ ਵਿੱਚੋਂ ਹਾਂਜੀ। ਆਪਾਂ ਨੂੰ ਰਿਸਟ੍ਰਿਕਸ਼ਨ ਕਰਨੀ ਪੈਗੀ, ਆਹ ਵਾਲਾ ਵਿੱਚੋਂ ਮੈਥਡ ਡਿਲੀਟ ਕਰ ਦਿਓ। ਇਹ ਮੈਥਡ ਨਹੀਂ ਚਾਹੀਦਾ, ਆਪਾਂ ਇਨ ਬਿਟਵੀਨ ਤਾਂ ਆਪਾਂ ਇਨਸਰਟ ਕਰ ਨਹੀਂ ਸਕਦੇ ਸਟੈਕ ਦੇ ਵਿੱਚ। ਜੇ ਆਪਾਂ ਲਿੰਕ ਲਿਸਟ ਨੂੰ ਐਜ਼ ਅ ਸਟੈਕ ਯੂਜ਼ ਕਰਨਾ ਹੈ ਤਾਂ ਆਪਾਂ ਕਿਸੇ ਵੀ ਨੋਡ ਨੂੰ ਇਨ ਬਿਟਵੀਨ ਆਪਾਂ ਐਂਟਰ ਨਹੀਂ ਕਰ ਸਕਦੇ। ਸੋ ਦੈਟ ਮੀਨਸ ਆਹ ਵਾਲਾ ਆਪਣਾ ਮੈਥਡ ਜਿਹੜਾ ਹੈ ਇਹ ਆਪਣਾ ਮੈਥਡ ਵਿੱਚੋਂ ਨਿਕਲੇਗਾ ਇੰਸਰਸ਼ਨ ਦਾ। ਓਕੇ, ਸੋ ਆਪਾਂ ਇੱਕ ਰਿਸਟ੍ਰਿਕਸ਼ਨ ਲਗਾਤੀ। ਸੈਕੰਡ ਰਿਸਟ੍ਰਿਕਸ਼ਨ ਕਿ ਲਾਸਟ ਇਨ ਫਰਸਟ ਆਊਟ, ਜੋ ਸਭ ਤੋਂ ਲਾਸਟ ਵਿੱਚ ਆਏਗਾ ਉਹ ਸਭ ਤੋਂ ਪਹਿਲਾਂ ਬਾਹਰ ਜਾਏਗਾ। ਸੋ ਲਾਸਟ ਇਨ ਮੀਨਸ ਇੰਸਰਸ਼ਨ ਕਿੱਥੇ ਕਰਾਂਗੇ? ਜੇ ਆਪਾਂ ਇੰਸਰਸ਼ਨ ਲਾਸਟ ਦੇ ਵਿੱਚ ਕੀਤੀ ਹੈ ਤਾਂ ਡਿਲੀਸ਼ਨ ਕਿੱਥੋਂ ਕਰਾਂਗੇ? ਲਾਸਟ ਲਾਸਟ ਤੋਂ ਹੀ ਹੋਵੇ। ਤਾਂ ਵੀ ਲਾਸਟ ਦੇ ਵਿੱਚੋਂ ਹੀ ਹੋਏਗੀ। ਜਿਹੜੀ ਲਾਸਟ ਵਿੱਚ ਆਈ ਸੀ ਉਹੀ ਸਭ ਤੋਂ ਪਹਿਲਾਂ ਬਾਹਰ ਜਾਣੀ ਹੈ। ਜਿਹੜੀ ਸਭ ਤੋਂ ਲਾਸਟ ਵਿੱਚ ਐਡ ਹੋਈ ਸੀ ਉਹੀ ਸਭ ਤੋਂ ਪਹਿਲਾਂ ਬਾਹਰ ਜਾਣੀ ਹੈ। ਦੈਟ ਮੀਨਸ ਜੇ ਆਪਾਂ ਸਭ ਤੋਂ ਲਾਸਟ ਵਿੱਚ ਨੋਡ ਐਡ ਕਰਦੇ ਹਾਂ, ਇੱਕ ਨਵੀਂ ਨੋਡ ਆ ਗਈ ਔਰ ਉਹ ਮੈਂ ਸਭ ਤੋਂ ਲਾਸਟ ਵਿੱਚ ਐਡ ਕਰਤੀ, ਤਾਂ ਉਹ ਸਭ ਤੋਂ ਕੱਢਣ ਵਾਸਤੇ ਵੀ ਮੈਨੂੰ ਕਿਹੜੀ ਨੋਡ ਕੱਢਣੀ ਪਏਗੀ? ਡਿਲੀਸ਼ਨ ਵਿੱਚ ਵੀ ਮੈਨੂੰ ਕੀ ਕਰਨਾ ਪਏਗਾ? ਇਨ ਬਿਟਵੀਨ ਵਾਲਾ ਖਤਮ ਹੋ ਜਾਊਗਾ ਜੀ। ਇਨ ਬਿਟਵੀਨ ਵਾਲਾ ਤਾਂ ਖਤਮ ਹੀ ਹੋ ਜਾਣਾ। ਇਹਨਾਂ ਦੋਨਾਂ ਦੇ ਵਿੱਚੋਂ ਹੁਣ ਆਪਣਾ ਕੰਪੀਟੀਸ਼ਨ ਰਹਿ ਗਿਆ ਲਾਸਟ ਪੋਜੀਸ਼ਨ ਤੇ ਫਰਸਟ ਪੋਜੀਸ਼ਨ ਦੇ ਉੱਪਰ, ਕਿ ਜਦੋਂ ਆਪਾਂ ਲੀਫੋ ਬਿਹੇਵੀਅਰ ਇੰਪਲੀਮੈਂਟ ਕਰਨਾ ਹੈ ਆਪਾਂ ਜਾਂ ਤਾਂ ਲਾਸਟ ਪੋਜੀਸ਼ਨ ਦੇ ਹਿਸਾਬ ਨਾਲ ਇੰਪਲੀਮੈਂਟ ਕਰ ਸਕਦੇ ਹਾਂ ਜਾਂ ਆਪਾਂ ਫਰਸਟ ਪੋਜੀਸ਼ਨ ਦੇ ਹਿਸਾਬ ਨਾਲ ਇੰਪਲੀਮੈਂਟ ਕਰ ਸਕਦੇ ਹਾਂ। ਜੇ ਮੈਂ ਲਾਸਟ ਪੋਜੀਸ਼ਨ 'ਚ ਨੋਡ ਐਂਟਰ ਕਰਦਾ, that means मेरा push operation is equal to insertion at last, यही हो जाएगा। तो मेरा pop operation की होएगा? ਡਿਲੀਸ਼ਨ ਐਟ ਲਾਸਟ ਹੀ। delete at last, very good, delete at last, यही गल बनी। ਜਦੋਂ ਮੈਂ ਸਟੈਕ ਬਣਾਣੀ ਹੈ, ਸਟੈਕ ਦੇ ਵਿੱਚ ਪੁਸ਼ ਔਰ ਪੌਪ ਹੁੰਦੇ ਨੇ, ਤਾਂ ਪੁਸ਼ ਆਪਰੇਸ਼ਨ ਕੀ ਹੋ ਗਿਆ? ਇੰਸਰਸ਼ਨ ਐਟ ਲਾਸਟ, ਤੇ ਪੌਪ ਆਪਰੇਸ਼ਨ ਕੀ ਹੋ ਗਿਆ? ਡਿਲੀਸ਼ਨ ਐਟ ਲਾਸਟ। ठीक है, और जे मैं दूसरी तरह लिखा पुश मीन्स इंसर्ट एट बिगनिंग, कि जो मैं पुश करना है तो मैं इत्थे एक नवी नोड ऐड कर दांगा, तो पॉप ऑपरेशन की होएगा? ਡਿਲੀਟ ਐਟ ਬਿਗਿਨਿੰਗ ਜੀ। डिलीट एट बिगनिंग, यही गल बनी। सो ਜਾਂ ਤਾਂ ਤੁਸੀਂ ਇਹਨੂੰ ਇਦਾਂ ਇੰਪਲੀਮੈਂਟ ਕਰ ਸਕਦੇ ਹੋ ਜਾਂ ਆਪਾਂ ਇਹਨੂੰ ਇਦਾਂ ਇੰਪਲੀਮੈਂਟ ਕਰ ਸਕਦੇ ਹਾਂ। ਦੈਟ ਮੀਨਸ ਜਦੋਂ ਮੈਂ ਕਿਉਂ ਆਪਣੇ ਲਿੰਕ ਲਿਸਟ ਨੂੰ ਐਜ਼ ਅ ਸਟੈਕ ਯੂਜ਼ ਕਰਨਾ ਹੈ ਤਾਂ ਇਨ ਬਿਟਵੀਨ ਵਾਲਾ ਲੌਜਿਕ ਤਾਂ ਮੈਨੂੰ ਵਿੱਚੋਂ ਕੱਢਣਾ ਹੀ ਪਏਗਾ, ਡਿਲੀਸ਼ਨ ਵੀ ਤੇ ਇੰਸਰਸ਼ਨ ਵੀ। ਪਿੱਛੇ ਬਚੇ ਮੇਰੇ ਕੋਲ ਇੰਸਰਸ਼ਨ ਐਟ ਲਾਸਟ ਪੋਜੀਸ਼ਨ, ਇੰਸਰਸ਼ਨ ਐਟ ਫਰਸਟ ਪੋਜੀਸ਼ਨ। ਹੁਣ ਦੋਨਾਂ ਦੇ ਵਿੱਚੋਂ ਐਫੀਸ਼ੀਐਂਟ ਕਿਹੜਾ ਹੈ? ਹੁਣ ਜੇ ਮੈਂ ਦੋਨਾਂ ਚੋਂ ਇੱਕ ਨੂੰ ਸਿਲੈਕਟ ਕਰਨਾ ਹੈ ਤਾਂ ਮੈਂ ਐਫੀਸ਼ੀਐਂਟ ਕਿਹੜਾ ਹੈ? ਲਾਸਟ ਪੋਜੀਸ਼ਨ ਵਾਲਾ ਜੀ। ਲਾਸਟ ਪੋਜੀਸ਼ਨ ਵਾਲਾ। ਉਹ ਕਿਵੇਂ? ਕਿਉਂਕਿ ਜਦੋਂ ਫਸਟ ਦਾ ਤਾਂ ਹੀ ਹੋਊ ਜਦੋਂ ਆਪਣੇ ਕੋਲ ਇੱਕ ਨੋਡ ਆ, ਜੇ ਇੱਕ ਤੋਂ ਵੱਧ ਆ ਫਿਰ ਤਾਂ ਆਪਾਂ ਲਾਸਟ ਤੇ ਐਡ ਕਰਾਂਗੇ ਉਹਨੂੰ, ਤੇ ਲਾਸਟ ਤੋਂ ਹੀ ਡਿਲੀਟ ਹਾਂ ਹੋ ਠੀਕ ਹੈ, ਜਾਣਗੇ। ਆਪਣੇ ਕੋਲ ਆਪਸ਼ਨ ਹੈਗੀ ਹੈ ਵੀ ਕੈਨ ਇਨਸਰਟ ਐਟ ਲਾਸਟ, ਵੀ ਕੈਨ ਡਿਲੀਟ ਐਟ ਲਾਸਟ। ਪਰ ਜਦੋਂ ਆਪਾਂ ਲਾਸਟ ਪੋਜੀਸ਼ਨ, ਮੇਰੇ ਕੋਲ 100 ਨੋਡਸ ਨੇ ਆਲਰੇਡੀ ਬਣੀਆਂ ਹੋਈਆਂ, ਤਾਂ ਮੈਂ ਇੱਕ ਨਵੀਂ ਨੋਡ ਐਡ ਕਰਨੀ ਹੈ ਤਾਂ ਮੈਂ ਲਾਸਟ ਪੋਜੀਸ਼ਨ ਤੋਂ ਜਦੋਂ ਐਡ ਕਰਨੀ ਹੈ ਤਾਂ ਮੈਨੂੰ ਕੀ ਕਰਨਾ ਪਏਗਾ? ਲਾਸਟ ਤੱਕ ਪਹੁੰਚਣਾ ਫਸਟ ਵਾਲੀ ਸਹੀ ਰਹੂ ਫਿਰ। ਹੈ ਲਾਸਟ ਤੱਕ ਪਹੁੰਚਣਾ ਬੂਟਰਾ ਬਸ ਲਾਸਟ ਤੱਕ ਪਹੁੰਚਣਾ ਪਏਗਾ। ਲਾਸਟ ਤੱਕ ਪਹੁੰਚਣ ਲਈ ਮਤਲਬ ਕਿੰਨੇ ਕੰਪੈਰੀਜ਼ਨ ਕਰਨੇ ਪੈਣਗੇ ਮੈਨੂੰ? 100 ਟਾਈਮਸ ਕਰਨੇ ਪੈਣਗੇ ਸਰ, 100 ਇਸ ਕਰਕੇ ਕੰਪੈਰੀਜ਼ਨ first ਕਰਨੇ ਵਾਲੀ ਪੈਣਗੇ। ਉਹੀ ਕੰਮ ਜੇ ਮੈਂ ਇਸ ਤਰ੍ਹਾਂ ਕਰਾਂ ਤਾਂ ਮੈਨੂੰ ਕਿੰਨੇ ਕੰਪੈਰੀਜ਼ਨ ਕਰਨੇ ਪੈਣਗੇ? ਦਰਸ਼ਨ ਵੇਲ ਤਾਂ ਫਿਰ ਸਿੱਧਾ ਹੀ ਹੋ ਜੂ ਇੱਕ ਕੰਪੈਰੀਜ਼ਨ ਚ। ਕੋਈ ਕੰਪੈਰੀਜ਼ਨ ਕਰਨਾ ਹੀ ਨਹੀਂ ਪੈਣਾ। ਸੋ ਕਿਹੜਾ ਐਫੀਸ਼ੀਐਂਟ ਹੋਇਆ? No comparison, head ਤੇ ਵਾਲਾ ਸਭ sir। ਤੋਂ ਹੈਡ ਵਾਲਾ ਠੀਕ ਹੈ, ਸੋ this part wins। ਸੋ ਜਦੋਂ ਆਪਾਂ ਲਿੰਕ ਲਿਸਟ ਦੇ ਨਾਲ ਸਟੈਕ ਨੂੰ ਇੰਪਲੀਮੈਂਟ ਕਰਨਾ ਹੈ ਤਾਂ ਆਪਾਂ ਲਿੰਕ ਲਿਸਟ ਤੇ ਕੀ ਰਿਸਟ੍ਰਿਕਸ਼ਨਸ ਲਗਾਉਣੀਆਂ ਨੇ? ਕੀ ਰਿਸਟ੍ਰਿਕਸ਼ਨ ਲਗਾਵਾਂਗੇ? ਓਨਲੀ ਇੰਸਰਸ਼ਨ ਐਟ ਬਿਗਨਿੰਗ, ਓਨਲੀ ਡਿਲੀਸ਼ਨ ਐਟ ਬਿਗਨਿੰਗ। तो जे आप दो रिस्ट्रिक्शन लगाते बाकी सारे मैथड डिलीट कर दिए ਉਹਦੇ ਵਿੱਚੋਂ ਤੇ ਆਪਣੇ ਕੋਲ ਜਿਹੜੇ ਉਹ ਲਿੰਕ ਲਿਸਟ ਬਣੂਗੀ, that link list will be in the form of stack। ਸਮਝ ਲੱਗੀ ਗੱਲ? ਸਮਝ ਲੱਗੀ ਕਿ ਨਹੀਂ? ਹਾਂਜੀ ਹਾਂਜੀ ਹੈ ਨਾ। ਸੋ ਇਹ ਹੁਣ ਤੁਸੀਂ ਇੰਪਲੀਮੈਂਟ ਕਰ ਲੈਣੀ, ਮੈਂ ਤਾਂ ਸਮਝਾਈ ਚੱਲਿਆ। ਬਾਕੀ ਸਾਰੀ ਕਲਾਸ ਜਿਹੜੀ ਬੋਲ ਨਹੀਂ ਰਹੀ, ਸਿਰਫ 2-3 ਬੱਚੇ ਹੀ ਬੋਲ ਰਹੇ ਆ, ਉਹ ਵੀ ਕੰਨ ਖੋਲ ਕੇ ਸੁਣ ਲਓ। ਇਹ ਚੀਜ਼ਾਂ ਕੀਤੇ ਬਿਨਾ ਪਾਸ ਨਹੀਂ ਹੋਇਆ ਜਾਣਾ। ਹੁਣ ਤੁਹਾਡੀ ਮਰਜ਼ੀ ਹੈ, ਤੁਸੀਂ ਕੁਐਸਚਨ ਪੁੱਛਣੇ ਆ ਪੁੱਛੋ, ਨਹੀਂ ਪੁੱਛਣੇ ਨਾ ਪੁੱਛੋ, ਮੈਨੂੰ ਕੋਈ ਫਰਕ ਨਹੀਂ ਪੈਣਾ, ਪਰ ਇਹ ਚੀਜ਼ਾਂ ਸਾਰੀਆਂ ਕਰਨੀਆਂ ਪੈਣੀਆਂ ਨੇ। ਪਾਸ ਤਾਂ ਹੀ ਹੋਵੋਗੇ ਜੇ ਸਾਰੀਆਂ ਚੀਜ਼ਾਂ ਕਰੋਗੇ।
दैट इज वेरी मच क्लियर। ठीक है, क्योंकि अपना कंपीटीशन दुनिया नाल है, दुनिया च बहुत खराब बंदे बैठे आ, बहुत ਵੱਡੇ ਵੱਡੇ ਕੰਪੀਟੀਟਰ ਹੈ। ਤੁਹਾਡਾ ਕੰਪੀਟੀਟਰ ਹੋਰ ਯੂਨੀਵਰਸਿਟੀ ਦੇ ਕਿੰਨੇ ਲੋਕ ਦੇਖੋ MCA BTech ਕਰਕੇ ਨਿਕਲ ਰਹੇ ਆ, ਸਭ ਨਾਲ ਤੁਹਾਡਾ ਕੰਪੀਟੀਸ਼ਨ ਹੈ। ਜਦੋਂ ਮਾਰਕੀਟ 'ਚ ਪਹੁੰਚਣਾ ਕਿਸੇ ਨੇ ਨਹੀਂ ਪੁੱਛਣਾ ਵੀ ਤੁਸੀਂ MCA ਕੀਤੀ BTech ਕੀਤੀ, ਕੰਪੀਟ ਜਦੋਂ ਉੱਥੇ ਨੌਲੇਜ ਚੈੱਕ ਹੋਣੀ ਹੈ ਤਾਂ ਬਹੁਤ ਪਿੱਛੇ ਰਹਿ ਜਾਓਗੇ ਅਦਰਵਾਈਜ਼। ਸੋ ਇਹ ਜਿਹੜੀ ਚੀਜ਼ਾਂ ਹੈਗੀਆਂ ਨੇ ਇਹਨਾਂ ਨੂੰ ਧਿਆਨ ਨਾਲ ਸਮਝੋ ਕਿ ਜੇ ਮੈਂ ਲਿੰਕ ਲਿਸਟ ਦੇ ਨਾਲ ਸਟੈਕ ਨੂੰ ਇੰਪਲੀਮੈਂਟ ਕਰਨਾ ਤਾਂ ਕੀ ਕਰਨਾ ਪਏਗਾ, ਜੇ ਮੈਂ ਐਰੇ ਦੇ ਨਾਲ ਸਟੈਕ ਨੂੰ ਇੰਪਲੀਮੈਂਟ ਕਰਨਾ ਤਾਂ ਕੀ ਕਰਨਾ ਪਏਗਾ। ठीक है, so that means stack can be implemented with the help of linked list, stack can also be implemented with the help of array। तो मेरे वालों दोनों लॉजिक ਜਿਹੜੇ ਨੇ ਕਲੀਅਰ ਹੈ, ਕਵਰਡ ਹੈ। ਮੈਂ ਐਕਸਪੈਕਟ ਕਰਦਾ ਕਿ ਤੁਹਾਨੂੰ ਵੀ ਕਲੀਅਰ ਹੋਣ, ਪੇਪਰ ਦੇ ਵਿੱਚ ਕੁਝ ਆ ਜਾਵੇ ਇਹਨਾਂ ਦੇ ਵਿੱਚੋਂ ਤਾਂ ਤੁਸੀਂ ਲਿਖ ਸਕੋ। ਠੀਕ ਹੈ, ਸੋ ਇਹਦੇ ਵਿੱਚ ਕੋਈ ਟੌਪ ਵੇਰੀਏਬਲ ਨਹੀਂ ਹੋਏਗਾ ਜਦੋਂ ਆਪਾਂ ਲਿੰਕ ਲਿਸਟ ਦੇ ਨਾਲ ਇੰਪਲੀਮੈਂਟ ਕਰ ਰਹੇ ਹਾਂ, ਕਿਉਂਕਿ ਆਪਾਂ ਨੂੰ ਪਤਾ ਹੈ कि आप हमेशा पुश करना है, दैट मींस के इंसर्शन एट बिगिनिंग है, कि पॉप करना दैट मीन डिलीशन फ्रॉम द बिगिनिंग है। ठीक है जी, हुण आपां क्यू दी गल करिए। जे आपां क्यू दे विच किहड़ा बिहेवियर हुंदा है? फर्स्ट इन फर्स्ट आउट। फर्स्ट इन फर्स्ट आउट, ਇਹਦਾ ਕੀ ਮਤਲਬ ਹੈ? ਇਹਨੂੰ ਹੁਣ ਜਦੋਂ ਆਪਾਂ ਇੰਪਲੀਮੈਂਟ ਕਰਨਾ ਹੈ ਲਿੰਕ ਲਿਸਟ ਦੇ ਨਾਲ ਤਾਂ ਕਿਹੜੇ ਇੰਸਰਸ਼ਨ ਦੇ ਤੇ ਕਿਹੜੇ ਡਿਲੀਸ਼ਨ ਦੇ ਲੌਜੀਕ ਆਪਾਂ ਰੱਖਾਂਗੇ? ਜਦੋਂ ਆਪਾਂ ਕਿਊ ਨੂੰ ਇੰਪਲੀਮੈਂਟ ਕਰਨਾ ਹੈ ਲਿੰਕ ਲਿਸਟ ਦੇ ਨਾਲ ਤਾਂ ਇੰਸਰਸ਼ਨ ਕਿੱਥੇ ਕਰਾਂਗੇ? ਆਪਾਂ ਕਰਨਾ ਫਰਸਟ ਇਨ ਫਰਸਟ ਆਊਟ। ਇਨ ਬਿਟਵੀਨ ਵਾਲੇ ਤਾਂ ਨਿਕਲ ਗਏ, ਪਹਿਲੀ ਗੱਲ ਤਾਂ ਸੌਖਾ ਜਿਹਾ ਕੰਮ ਇਹ ਹੋ ਗਿਆ। ਸਭ ਤੋਂ ਵਧੀਆ ਕੰਮ ਆਪਣੇ ਲਈ ਸੌਖਾ ਕੀ ਹੋਇਆ ਕਿ ਇਨ ਬਿਟਵੀਨ ਵਾਲੇ ਕੇਸ ਤਾਂ ਨਿਕਲ ਗਏ। ਹੁਣ ਆਪਾਂ ਕੀ ਕਰ ਸਕਦੇ ਹਾਂ? ਇੰਸਰਸ਼ਨ ਐਟ ਲਾਸਟ। ਹੁਣ ਇਹਦੇ ਵਿੱਚ NQ ਆਪਰੇਸ਼ਨ ਕੀ ਹੋ ਗਿਆ? ਇੰਸਰਸ਼ਨ। ਠੀਕ ਹੈ, NQ ਮੀਨਸ ਇੰਸਰਸ਼ਨ। ਤਾਂ ਇੰਸਰਸ਼ਨ ਕਿੱਥੇ ਕਿੱਥੇ ਕਰ ਸਕਦੇ ਹਾਂ? ਐਟ ਲਾਸਟ ਔਰ ਇੰਸਰਸ਼ਨ ਐਟ ਬਿਗਨਿੰਗ। ਓਕੇ, DQ ਆਪਰੇਸ਼ਨ ਕੀ ਹੋਇਆ? ਡਿਲੀਸ਼ਨ। ਜਦੋਂ ਆਪਾਂ ਇੰਸਰਸ਼ਨ ਐਟ ਲਾਸਟ ਕੀਤੀ ਤਾਂ ਡਿਲੀਸ਼ਨ ਕਿੱਥੋਂ ਕਰਾਂਗੇ ਤਾਂ ਕਿ ਆਪਣਾ ਫੀਫੋ ਬਿਹੇਵੀਅਰ ਬਣਿਆ ਰਵੇ? ਬਿਗਨਿੰਗ ਤੋਂ ਹੀ। ਬਿਗਨਿੰਗ ਤੋਂ ਹੀ। ਠੀਕ ਹੈ, ਬਿਲਕੁਲ। ਤਾਂ that means deletion from beginning। ਇਹ ਹੁਣ ਆਪੋਜ਼ਿਟ ਹੋ ਗਏ। insertion at last ਤਾਂ deletion from beginning, insertion at beginning ਤਾਂ deletion from last। ਠੀਕ ਹੈ, ਸਮਝ ਲੱਗ ਰਹੀ ਹੈ ਗੱਲ ਕਿ ਜੇ ਆਪਾਂ ਇੱਥੇ ਇਨਸਰਟ ਕਰਤਾ ਤਾਂ ਇਹ ਪਹਿਲਾਂ ਸੀਗਾ, ਜਦੋਂ ਸੈਕਿੰਡ ਇਨਸਰਟ ਕਰਾਂਗੇ ਤੇ ਇਹ ਅੱਗੇ ਨੂੰ ਚੱਲ ਜਾਏਗਾ। ਠੀਕ ਹੈ, ਜਦੋਂ ਥਰਡ ਇਨਸਰਟ ਕਰਾਂਗੇ ਤੇ ਇਹ ਹੋਰ ਅੱਗੇ ਚੱਲ ਜਾਏਗਾ। ਤਾਂ ਇੱਥੇ ਕਿਹੜਾ ਪਿਆ? ਜਿਹੜਾ ਸਭ ਤੋਂ ਪਹਿਲਾਂ ਇਨਸਰਟ ਹੋਇਆ ਸੀ। ਮੀਨਸ 1 ਨੰਬਰ, ਇਹ 2 ਨੰਬਰ, ਇਹ 3 ਨੰਬਰ। ਹੁਣ ਜੇ 4 ਨੰਬਰ ਨੂੰ ਇਨਸਰਟ ਕਰਨਾ ਤਾਂ 4 ਨੰਬਰ ਇੱਧਰ ਆ ਜਾਏਗਾ। ਤਾਂ 1 ਨੰਬਰ ਕਿਹੜੇ ਪਾਸੇ ਹੈ? ਇਸ ਸਾਈਡ ਤੇ। ਤਾਂ ਜਦੋਂ ਆਪਾਂ ਇੰਸਰਸ਼ਨ ਐਟ ਬਿਗਨਿੰਗ ਕਰ ਰਹੇ ਹਾਂ ਤਾਂ ਡਿਲੀਸ਼ਨ ਕਿਹੜੇ ਪਾਸੇ ਹੋਏਗੀ? ਲਾਸਟ ਵਾਲੀ ਸਾਈਡ ਤੇ। ਔਰ ਜੇ ਆਪਾਂ ਇੰਸਰਸ਼ਨ ਐਟ ਲਾਸਟ ਕਰ ਰਹੇ ਹਾਂ ਤਾਂ ਡਿਲੀਸ਼ਨ ਕਿਹੜੇ ਪਾਸੇ ਹੋਏਗੀ? ਬਿਗਨਿੰਗ ਵਾਲੀ ਸਾਈਡ ਤੇ। ਸਮਝ ਲੱਗੀ ਗੱਲ? तो जे ਆਪਾਂ ਆ ਰਿਸਟ੍ਰਿਕਸ਼ਨ ਲਗਾ ਦਈਏ ਜਾਂ ਇਹ ਵਾਲਾ ਕੇਸ ਜਾਂ ਇਹ ਵਾਲਾ ਕੇਸ, ਤਾਂ ਮੇਰੀ ਕਿਊ ਕਿਸ ਤਰ੍ਹਾਂ ਇੰਪਲੀਮੈਂਟ ਕਰੇਗੀ? ਜਿਹੜੀ ਮੇਰੀ ਲਿੰਕ ਲਿਸਟ ਆ ਕਿਸ ਤਰ੍ਹਾਂ ਬਿਹੇਵ ਕਰੇਗੀ? ਉਸੇ ਤਰ੍ਹਾਂ ਜਿੱਦਾਂ ਇੱਕ ਕਿਊ ਬਿਹੇਵ ਕਰਦੀ ਹੈ। ਸਮਝ ਲੱਗੀ ਗੱਲ? ਇਜ਼ ਦੈਟ ਕਲੀਅਰ? ਤਾਂ ਐਫੀਸ਼ੀਐਂਟ ਕਿਹੜਾ? ਦੋਵੇਂ ਹੀ ਠੀਕ ਹੈ, ਕੋਈ ਵੀ ਹੋ ਸਕਦਾ ਜੀ। ਦੋਨੇ ਇਕੁਅਲੀ ਐਫੀਸ਼ੀਐਂਟ ਹੈ, ਦੋਨੇ ਇੱਕ, ਕਿਉਂਕਿ ਇੱਕ ਦੇ ਵਿੱਚ ਆਪਾਂ ਨੂੰ ਟ੍ਰੈਵਰਸਲ ਤਾਂ ਕਰਨੀ ਪੈਣੀ ਹੈ, ਭਾਵੇਂ ਉਹ ਇੰਸਰਸ਼ਨ ਹੋਵੇ ਜਾਂ ਆਪਣੇ ਕੋਲ ਡਿਲੀਸ਼ਨ ਹੋਵੇ। ਤਾਂ ਪਹਿਲੇ ਕੇਸ ਦੇ ਵਿੱਚ ਇੰਸਰਸ਼ਨ ਵਾਸਤੇ ਆਪਾਂ ਨੂੰ ਟ੍ਰੈਵਰਸਲ ਕਰਨੀ ਪਏਗੀ, ਦੂਸਰੇ ਕੇਸ ਦੇ ਵਿੱਚ ਆਪਾਂ ਨੂੰ ਡਿਲੀਸ਼ਨ ਵਾਸਤੇ ਟ੍ਰੈਵਰਸਲ ਕਰਨੀ ਪਏਗੀ। ਸੋ ਡਿਪੈਂਡਿੰਗ ਅਪਨ ਦਾ ਕਾਈਂਡ ਆਫ ਆਪਰੇਸ਼ਨ, ਹੁਣ ਐਪਲੀਕੇਸ਼ਨ ਤੇ ਡਿਪੈਂਡ ਕਰੇਗਾ। ਜੇ ਆਪਣੀ ਐਪਲੀਕੇਸ਼ਨ ਦੇ ਵਿੱਚ ਇੰਸਰਸ਼ਨ ਜ਼ਿਆਦਾ ਨੇ ਤਾਂ ਆਪਾਂ ਕਿਹੜੀ ਕਿਊ ਲਗਾਵਾਂਗੇ? ਇੰਸਰਸ਼ਨ ਐਟ ਬਿਗਿਨਿੰਗ ਵਾਲੀ। ਹਾਂ, ਠੀਕ ਹੈ। ਸੋ ਜੇ ਆਪਣੇ ਐਪਲੀਕੇਸ਼ਨ ਦੇ ਡਿਲੀਸ਼ਨ ਜ਼ਿਆਦਾ ਹੋਣੀਆਂ ਨੇ, ਠੀਕ ਹੈ, ਮਤਲਬ ਮੇਰੀ ਇੱਕ ਐਪਲੀਕੇਸ਼ਨ ਹੈ ਜਿਹਦੇ ਵਿੱਚ 100 ਇੰਸਰਸ਼ਨ ਹੋਣੀਆਂ ਨੇ ਤੇ 20 ਡਿਲੀਸ਼ਨ ਹੋਣੀਆਂ ਨੇ, ਤਾਂ ਮੈਂ ਕਿਹੜੀ ਐਪਲੀਕੇਸ਼ਨ ਕਿਹੜਾ ਐਲਗੋਰਿਥਮ ਯੂਜ਼ ਕਰਾਂਗਾ? ਇੰਸਰਸ਼ਨ ਐਟ ਬਿਗਿਨਿੰਗ ਜੀ। ਹਾਂ, ਠੀਕ ਹੈ। ਜੇ ਰਿਵਰਸ ਹੈ ਕਿ ਇਹ 20 ਹੋਣੀਆਂ ਨੇ, ਇਹ 100 ਹੋਣੀਆਂ ਨੇ, ਫਿਰ ਆਪਾਂ ਦੂਸਰੇ ਵਾਲਾ।
ਸੋ ਡਿਪੈਂਡਿੰਗ, ਸੋ ਇਹ ਚੀਜ਼ਾਂ ਤੁਹਾਨੂੰ ਕਲੀਅਰ ਹੋਣੀਆਂ ਚਾਹੀਦੀਆਂ ਕਿ ਆਪਾਂ ਐਪਲੀਕੇਸ਼ਨ ਦੇ ਉੱਪਰ ਕਿਵੇਂ ਡਿਪੈਂਡ, ਐਪਲੀਕੇਸ਼ਨ ਦੀ ਅੰਡਰਸਟੈਂਡਿੰਗ ਦੇ ਹਿਸਾਬ ਨਾਲ ਕਿਵੇਂ ਐਲਗੋਰਿਦਮ ਨੂੰ ਸਿਲੈਕਟ ਕਰਨਾ, ਵੀ ਕਿਹੜਾ ਐਲਗੋਰਿਦਮ ਜ਼ਿਆਦਾ ਬੈਟਰ ਕੰਮ ਕਰੇਗਾ। ਭਾਵੇਂ ਦੋਨਾਂ ਨੇ ਸੇਮ ਕੰਮ ਕਰਨਾ ਆ, ਬਟ ਨਾਓ ਇਟ ਡਿਪੈਂਡਸ ਅਪਨ ਐਪਲੀਕੇਸ਼ਨ, ਕਿਉਂਕਿ ਦੋਨਾਂ ਦੀ ਪਰਫਾਰਮੈਂਸ ਸੇਮ ਹੈ। ਬਟ ਇੱਕ ਐਪਲੀਕੇਸ਼ਨ ਦੇ ਵਿੱਚ ਜਿੱਥੇ ਡਿਲੀਸ਼ਨ ਜ਼ਿਆਦਾ ਹੋਣੀਆਂ ਨੇ, ਉੱਥੇ ਜੇ ਡਿਲੀਸ਼ਨ ਨੂੰ ਆਪਾਂ ਪਹਿਲੇ ਨੰਬਰ ਤੇ ਕਰ ਲਈਏ ਤਾਂ ਆਪਣਾ ਜਿਹੜਾ ਟਾਈਮ ਜ਼ਿਆਦਾ ਸੇਵ ਹੋ ਜਾਏਗਾ, ਤੇ ਜੇ ਅਦਰਵਾਈਜ਼ ਜਿਹੜਾ ਦੂਸਰਾ ਕੇਸ ਹੈ ਉੱਥੇ ਆਪਣਾ ਇੰਸਰਸ਼ਨ ਵੇਲੇ ਆਪਣਾ ਟਾਈਮ ਜ਼ਿਆਦਾ ਸੇਵ ਹੋ ਜਾਏਗਾ। ਠੀਕ, ਸੋ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਆਪਣੀ ਐਪਲੀਕੇਸ਼ਨ ਡਿਵੈਲਪ ਕਰ ਸਕਦੇ ਹੋ। ਇਜ਼ ਦੈਟ ਕਲੀਅਰ? ਸੋ ਮੇਰੇ ਵੱਲੋਂ ਲਿੰਕ ਲਿਸਟ ਦੇ ਵਿੱਚ ਡਬਲੀ ਲਿੰਕ ਲਿਸਟ, ਸਰਕੂਲਰ ਲਿੰਕ ਲਿਸਟ, ਲਿੰਕ ਲਿਸਟ ਐਜ਼ ਏ ਕਿਊ, ਲਿੰਕ ਲਿਸਟ ਐਜ਼ ਏ ਸਟੈਕ, ਸਿੰਪਲ ਲਿੰਕ ਲਿਸਟ ਤਾਂ ਹੋ ਹੀ ਗਈ। ਇਹਨਾਂ ਸਾਰੀਆਂ ਦੀਆਂ ਐਪਲੀਕੇਸ਼ਨਾਂ ਕਿ ਸਰਕੂਲਰ ਲਿੰਕ ਲਿਸਟ ਕਿਉਂ ਬਣਾਈ ਔਰ ਡਬਲੀ ਲਿੰਕ ਲਿਸਟ ਕਿਉਂ ਬਣਾਈ ਔਰ ਕਿੱਥੇ ਕੰਮ ਆ ਰਹੀ ਹੈ, ਕਿੱਥੇ ਉਹਦੀ ਐਪਲੀਕੇਸ਼ਨਸ ਹੈਗੀਆਂ ਨੇ, ਤੇ ਸਟੈਕ ਦੇ ਨਾਲ ਕਿਵੇਂ ਕੰਮ ਕਰਾਂਗੇ, ਕਿਊ ਦੇ ਨਾਲ ਕਿਵੇਂ ਕੰਮ ਕਰਾਂਗੇ। ਜਦੋਂ ਆਪਾਂ ਲਿੰਕ ਲਿਸਟ ਦੇ ਨਾਲ ਕਿਊ ਬਣਾਵਾਂਗੇ ਤਾਂ ਰੀਅਰ ਔਰ ਫਰੰਟ ਕੀ ਹੋਏਗਾ, ਰੀਅਰ ਔਰ ਫਰੰਟ ਵੇਰੀਏਬਲ ਕੀ ਹੋਣਗੇ ਉੱਥੇ? ਰਿਪੀਟ ਕਰਿਓ ਜੀ। ਜਦੋਂ ਆਪਾਂ ਲਿੰਕ ਲਿਸਟ ਦੇ ਨਾਲ ਕਿਊ ਨੂੰ ਇੰਪਲੀਮੈਂਟ ਕਰਾਂਗੇ ਤਾਂ ਰੀਅਰ ਐਂਡ ਫਰੰਟ ਵੇਰੀਏਬਲ ਦੀਆਂ ਵੈਲਿਊਜ਼ ਕੀ ਹੋਣਗੀਆਂ? ਜਦੋਂ ਆਪਾਂ ਲਿੰਕ ਲਿਸਟ ਦੇ ਨਾਲ ਸਟੈਕ ਨੂੰ ਇੰਪਲੀਮੈਂਟ ਕਰਾਂਗੇ ਤਾਂ ਟੌਪ ਦੀਆਂ ਵੈਲਿਊਜ਼ ਕੀ ਹੋਣਗੀਆਂ? ਹੈਡ ਵਾਲੀ ਹੋਊਗੀ। ਹੋਏਗੀ ਨਹੀਂ, ਟੌਪ ਰੱਖਣ ਦੀ ਲੋੜ ਹੀ ਨਹੀਂ ਆਪਾਂ ਨੂੰ। ਤੁਸੀਂ ਧਿਆਨ ਨਾਲ ਹਾਂਜੀ। ਸੁਣ ਨਹੀਂ ਰਹੇ, ਮੈਂ ਇਹੀ ਕਿਹਾ ਸੀਗਾ ਪਿਛਲੀ ਸਲਾਈਡ ਦੇ ਵਿੱਚ ਵੀ ਕਿ ਟੌਪ ਕੀ ਚੀਜ਼ ਹੈ? ਟੌਪ ਇੱਕ ਵੇਰੀਏਬਲ ਹੈ ਜਿਹੜਾ ਇੰਡੈਕਸ ਨੰਬਰ ਰੱਖਦਾ ਹੈ। ਉਹਦੀ ਜ਼ਰੂਰਤ ਕਿਉਂ ਹੈ? ਕਿਉਂਕਿ ਆਪਾਂ ਨੂੰ ਇੰਡੈਕਸ ਨੰਬਰ ਚਾਹੀਦਾ ਹੈ। ਪਰ ਜਦੋਂ ਆਪਾਂ ਲਿੰਕ ਲਿਸਟ ਦੇ ਕੇਸ ਦੇ ਵਿੱਚ ਉਹਨੂੰ ਇੰਪਲੀਮੈਂਟ ਕਰ ਰਹੇ ਹਾਂ ਤਾਂ ਆਪਾਂ ਨੂੰ ਕੋਈ ਉੱਥੇ ਕੋਈ ਇੰਡੈਕਸ ਨੰਬਰ ਹੁੰਦਾ ਹੀ ਨਹੀਂ। ਜਦੋਂ ਇੰਡੈਕਸ ਨੰਬਰ ਹੀ ਨਹੀਂ ਹੁੰਦਾ ਤਾਂ ਟੌਪ ਕਾਹਦੇ ਲਈ ਚਾਹੀਦਾ ਆਪਾਂ ਨੂੰ? ਟੌਪ ਚਾਹੀਦਾ ਹੀ ਨਹੀਂ ਹੈ। ਆਪਾਂ ਉਹਦੀ ਇੰਪਲੀਮੈਂਟ ਹੀ ਇਸ ਹਿਸਾਬ ਨਾਲ ਕਰ ਲਈ ਕਿ ਇੰਸਰਸ਼ਨ ਐਟ ਜਿਹੜੇ ਕਰ ਰਹੇ ਆ ਇੰਸਰਸ਼ਨ ਐਂਡ ਡਿਲੀਸ਼ਨ, ਤੇ ਆਪਾਂ ਬਿਗਨਿੰਗ ਤੋਂ ਕਰਦੇ ਆ ਤੇ ਬਿਗਨਿੰਗ ਤੋਂ ਹੀ ਡਿਲੀਟ ਕਰਦੇ ਆ ਤਾਂ ਇਨ ਦਾ ਫਾਰਮ ਉਹਦਾ ਬਿਹੇਵੀਅਰ ਆਪਣੇ ਆਪ ਹੀ ਸਟੈਕ ਵਰਗਾ ਹੋ ਜਾਂਦਾ। ਉੱਥੇ ਟੌਪ ਵੇਰੀਏਬਲ ਦੀ ਲੋੜ ਹੀ ਨਹੀਂ ਹੈਗੀ। ਉਸੇ ਤਰ੍ਹਾਂ ਹੀ ਜਦੋਂ ਆਪਾਂ ਕਿਊ ਇੰਪਲੀਮੈਂਟ ਕਰਾਂਗੇ ਲਿੰਕ ਲਿਸਟ ਦੇ ਨਾਲ ਤਾਂ ਰੀਅਰ ਐਂਡ ਫਰੰਟ ਜਿਹੜੇ ਦੋ ਵੇਰੀਏਬਲ ਆਪਾਂ ਜਦੋਂ ਐਰੇ ਨਾਲ ਇੰਪਲੀਮੈਂਟ ਕਰਦੇ ਸੀ ਉਦੋਂ ਚਾਹੀਦੇ ਹੁੰਦੇ ਸੀ, ਉਹਨਾਂ ਦੇ ਵਿੱਚ ਆਪਾਂ ਕੀ ਸਟੋਰ ਕਰਦੇ ਸੀ? ਉਹਨਾਂ ਦੇ ਵਿੱਚ ਆਪਾਂ ਇੰਡੈਕਸ ਨੰਬਰ ਹੀ ਸਟੋਰ ਕਰਦੇ ਸੀ ਨਾ, ਵੀ ਫਰੰਟ ਕਿਹੜੇ ਇੰਡੈਕਸ ਨੰਬਰ ਤੇ ਔਰ ਰੀਅਰ ਕਿਹੜੇ ਇੰਡੈਕਸ ਨੰਬਰ ਤੇ ਹੈ। ਜਦੋਂ ਆਪਾਂ ਉਹਨੂੰ ਲਿੰਕ ਲਿਸਟ ਦੀ ਫਾਰਮ 'ਚ ਇੰਪਲੀਮੈਂਟ ਕਰ ਰਹੇ ਹਾਂ ਤਾਂ ਉੱਥੇ ਆਪਾਂ ਨੂੰ ਕੁਝ ਵੀ ਫਰੰਟ ਔਰ ਰੀਅਰ ਸਟੋਰ ਕਰਨ ਦੀ ਜ਼ਰੂਰਤ ਨਹੀਂ ਹੈ। ਉਹਦਾ ਬਿਹੇਵੀਅਰ ਆਪਾਂ ਇੰਪਲੀਮੈਂਟੇਸ਼ਨ 'ਚ ਹੀ ਉਸ ਤਰ੍ਹਾਂ ਫਿਕਸ ਕਰਤਾ ਕਿ ਜਦੋਂ ਆਪਾਂ ਇੰਸਰਸ਼ਨ ਐਟ ਲਾਸਟ ਕਰਾਂਗੇ ਤਾਂ ਡਿਲੀਸ਼ਨ ਹਮੇਸ਼ਾ ਬਿਗਨਿੰਗ ਤੋਂ ਹੋਏਗੀ, ਜਦੋਂ ਇੰਸਰਸ਼ਨ ਐਟ ਬਿਗਨਿੰਗ ਕਰਾਂਗੇ ਤਾਂ ਡਿਲੀਸ਼ਨ ਹਮੇਸ਼ਾ ਲਾਸਟ ਤੋਂ ਹੋਏਗੀ। ਉਹ ਆਪਣੇ ਆਪ ਹੀ ਕਿਊ ਵਾਲਾ ਬਿਹੇਵੀਅਰ ਹੋ ਗਿਆ। ਆਪਾਂ ਨੂੰ ਲੋੜ ਹੀ ਨਹੀਂ ਹੈਗੀ ਕੁਝ ਆਪਣਾ ਫਰੰਟ ਔਰ ਰੀਅਰ ਨੂੰ ਟਰੈਕ ਕਰਨ ਦੀ। ਠੀਕ ਹੈ, ਓਕੇ। ਸੋ ਜੇ ਫਿਰ ਵੀ ਤੁਹਾਨੂੰ ਲੱਗਦਾ ਕਿ ਤੁਹਾਨੂੰ ਟਰੈਕ ਕਰਨਾ ਹੈ ਤਾਂ ਤੁਸੀਂ ਵੇਰੀਏਬਲ ਬਣਾ ਸਕਦੇ ਹੋ। ਜਿਵੇਂ ਤੁਸੀਂ ਹੁਣੇ ਗੱਲ ਕੀਤੀ ਕਿ ਹੈਡ ਜਿਹੜਾ ਹੈ ਉਹ ਐਜ਼ ਏ ਟੌਪ ਵੀ ਕੰਮ ਕਰੇਗਾ, ਤੇ ਹੈਡ ਜਿਹੜਾ ਹੈ ਜਦੋਂ ਆਪਾਂ ਕਿਊ ਦੇ ਵਿੱਚ ਬਣਾ ਰਹੇ ਹਾਂ ਤਾਂ ਇਹੀ ਆਪਣਾ ਫਰੰਟ ਹੈ। ਔਰ ਰੀਅਰ ਵਾਸਤੇ ਤੁਸੀਂ ਇੱਕ ਨਵਾਂ ਹੋਰ ਵੇਰੀਏਬਲ ਬਣਾ ਲਓ ਰੀਅਰ, ਜਿਹਦੇ ਵਿੱਚ ਤੁਸੀਂ ਲਾਸਟ ਨੋਡ ਦਾ ਐਡਰੈਸ ਰੱਖ ਲਓ। ਤੁਸੀਂ ਲਾਸਟ ਨੋਡ ਦਾ ਐਡਰੈਸ ਰੱਖੋਗੇ ਉਹ ਤੁਹਾਡਾ ਰੀਅਰ ਬਣ ਜਾਏਗਾ। ਠੀਕ ਹੈ, ਤੋ ਇਸ ਤਰ੍ਹਾਂ ਕਰਕੇ ਤੁਸੀਂ, ਉਹ ਤਾਂ ਵੇਰੀਏਬਲ ਬਣਾਉਣ ਦੀ ਗੱਲ ਹੈ ਨਾ, ਤੁਸੀਂ ਅੱਗੇ ਜਿੰਨੇ ਮਰਜ਼ੀ ਵੇਰੀਏਬਲ ਐਕਸਪੈਂਡ ਕਰੀ ਜਾਓ ਬਟ ਅਦਰਵਾਈਜ਼ ਉਹਨਾਂ ਦੀ ਜ਼ਰੂਰਤ ਨਹੀਂ ਹੈਗੀ। ਠੀਕ, ਤੋ ਜੇ ਤੁਸੀਂ ਇਹਨੂੰ ਬਣਾ ਲਓਗੇ, ਰੀਅਰ ਵੇਰੀਏਬਲ ਨੂੰ ਬਣਾ ਲਓਗੇ ਤਾਂ ਉਹਦੇ ਵਿੱਚ ਤੁਹਾਨੂੰ ਅਗੇਨ ਹੋਰ ਇੰਪਲੀਮੈਂਟੇਸ਼ਨ ਦੇ ਵਿੱਚ ਚੇਂਜਸ ਕਰਨੀਆਂ ਪੈਣਗੀਆਂ ਕਿ ਜਦੋਂ ਤੁਸੀਂ ਇਹਨੂੰ ਡਿਲੀਟ ਕਰ ਰਹੇ ਹੋ ਤਾਂ ਤੁਹਾਨੂੰ ਨਾਲ ਦੀ ਨਾਲ ਰੀਅਰ ਨੂੰ ਵੀ ਅਪਡੇਟ ਕਰਨਾ ਪਏਗਾ ਕਿ ਉਹ ਹੁਣ ਨੈਕਸਟ ਨੋਡ ਨੂੰ ਪੁਆਇੰਟ ਕਰੇ। ਤਾਂ ਉਹਦਾ ਕੋਈ ਬੈਨੀਫਿਟ ਤਾਂ ਮੈਨੂੰ ਇੰਨਾ ਜ਼ਿਆਦਾ ਦਿਖ ਨਹੀਂ ਰਿਹਾ। ਅਦਰਵਾਈਜ਼ ਤੁਸੀਂ ਇੰਪਲੀਮੈਂਟ ਕਰਕੇ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਲੈਵਲ ਤੇ ਕਰਕੇ ਦੇਖ ਲਿਓ। ਠੀਕ ਹੈ, ਸੋ ਮੇਰੇ ਵੱਲੋਂ ਲਿੰਕ ਲਿਸਟ ਦਾ ਚੈਪਟਰ ਕੰਪਲੀਟ ਹੈ। ਵਨ ਆਫ ਦਾ ਐਪਲੀਕੇਸ਼ਨ ਟੂ ਰਿਪਰੈਜ਼ੈਂਟ ਪੋਲੀਨੋਮੀਅਲ ਵਿਦ ਦਾ ਲਿੰਕ ਲਿਸਟ। ਇਹ ਤੁਹਾਡੀ ਅਸਾਈਨਮੈਂਟ ਹੋਏਗੀ ਜਿਹੜੀ ਕਿ ਤੁਸੀਂ ਕੰਪਲੀਟ ਕਰਨੀ ਹੋਏਗੀ। ਇੱਕ ਮੈਂ ਤੁਹਾਨੂੰ ਕੱਲ ਵੀ ਕਹੀ ਸੀ ਅਸਾਈਨਮੈਂਟ ਕਰਨ ਵਾਸਤੇ। ਉਸ ਤੋਂ ਬਾਅਦ ਨੈਕਸਟ ਪ੍ਰੋਗਰਾਮ ਜਿਹੜਾ ਆਪਣਾ ਇਹ ਵਾਲਾ ਹੋਏਗਾ ਕਿ ਪੋਲੀਨੋਮੀਅਲ ਵਿਦ ਲਿੰਕ ਲਿਸਟ। ਦੈਟ ਮੀਨਸ ਇੱਕ ਨੋਡ ਦੇ ਵਿੱਚ ਮੈਂ ਦੋ ਵੈਲਿਊ ਸਟੋਰ ਕਰਾਂਗਾ, ਇੱਕ ਉਹਦਾ
एक्सपोनेंट ਤੇ ਇੱਕ ਹੋਏਗਾ ਕੋਫੀਸ਼ੀਐਂਟ एक्सपोनेंट दैट मीन मेरे को इक्वेशन है 6x स्क्वायर प्लस 3x प्लस 2 ਤਾਂ ਮੈਂ 3 ਨੋड्स क्रिएट करांगा ठीक है कोफिशिएंट है मेरा 6 एक्सपोनेंट है मेरा 2 उस तो बाद अगे आ गया कोफिशिएंट है 3 एक्सपोनेंट है 1 उस तो बाद अगे आ गया कोफिशिएंट है 2 एक्सपोनेंट है 0 इथे नाल आ गया so this is my polynomial 1 which is in the form of linked list ਤਾਂ ਤੁਸੀਂ ਇਹ ਜਿਹੜੀ ਸਿੰਪਲ ਲਿੰਕ ਲਿਸਟ ਬਣਾਈ ਹੈ ਉਹਨੂੰ ਯੂਜ਼ ਕਰਕੇ ਦੋ ਪੋਲੀਨੋਮੀਅਲਸ ਕ੍ਰੀਏਟ ਕਰਨੇ ਨੇ P1 ਐਂਡ P2 ਔਰ ਉਹਨਾਂ ਦੀਆਂ ਵੈਲਿਊਜ਼ ਦਾ ਤੁਸੀਂ ਐਡੀਸ਼ਨ ਐਂਡ ਸਬਟ੍ਰੈਕਸ਼ਨ ਦਾ ਲੌਜਿਕ ਲਗਾ ਕੇ ਰੱਖਣਾ ਹੈ